ਭਾਰਤ ਵਿੱਚ ਕੋਵਿਡ-19 ਦੀ ਮਹਾਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਭਾਰਤ ਦੇ ਜੰਪਾਲ ਇੰਡੋ ਅਮਰੀਕਨ ਭਾਈਚਾਰੇ ਦੇ ਲੋਕ ਚਿੰਤਤ ਨੇ ਅਤੇ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਜਿਸ ਨਾਲ ਉਹ ਇਸ ਲੋੜ ਵੇਲੇ ਭਾਰਤ ਦੀ ਮਦਦ ਕਰ ਸਕਣ। ਦੁਨੀਆ ਦੇ 127 ਮੁਲਕਾਂ ਵਿੱਚ ਕੰਮ ਕਰ ਰਹੀ ਸੰਸਥਾ ਫਰੈਂਡਸ ਫॉर ਗੁੱਡ ਹੈਲਥ ਵੱਲੋਂ ਅਮਰੀਕਾ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਹਿਕਸਵਿਲ ਦੇ ਗੁਰੂ ਘਰ ਗੁਰੂ ਨਾਨਕ ਦਰਬਾਰ ਦੇ ਬਾਹਰ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ, ਅਮਰੀਕੀ ਵਿਭਾਗਾਂ ਤੇ ਰਾਜਨੀਤਿਕ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਔਖੀ ਘੜੀ ਵਿੱਚ ਭਾਰਤ ਦੀ ਮਦਦ ਕਰਨ ਲਈ ਵਚਨ ਦਿੱਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵੇਖਦੇ ਹਾਂ ਇੱਕ ਸਪੈਸ਼ਲ ਰਿਪੋਰਟ। ਫਰੈਂਡਸ ਫॉर ਗੁੱਡ ਹੈਲਥ ਦੇ ਫਾਊਂਡਰ ਚੇਅਰਮੈਨ ਬੋਬੀ ਕੁਮਾਰ ਕਲੋਟੀ ਵੱਲੋਂ ਅਮਰੀਕਾ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਹਿਕਸਵਿਲ ਦੇ ਗੁਰੂ ਘਰ ਗੁਰੂ ਨਾਨਕ ਦਰਬਾਰ ਦੇ ਬਾਹਰ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ, ਅਮਰੀਕੀ ਵਿਭਾਗਾਂ ਤੇ ਰਾਜਨੀਤਿਕ ਹਸਤੀਆਂ ਨੇ ਸ਼ਿਰਕਤ ਕੀਤੀ। ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਧਾਰਮਿਕ ਅਰਦਾਸ ਬੇਨਤੀ ਨਾਲ ਕੀਤੀ ਗਈ, ਜਿਸ ਵਿੱਚ ਸਿੱਖ ਧਰਮ ਦੇ ਗ੍ਰੰਥੀ, ਹਿੰਦੂ ਪੰਡਿਤ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਤੇ ਬਾਅਦ ਵਿੱਚ ਨਸਾਊ ਕੰਟਰੀ ਲੈਜਿਸਲੇਚਰ ਪ੍ਰੈਜ਼ੀਡਿੰਗ ਆਫੀਸਰ ਰਿਚਰਡ ਨੈਕਲੇਲੋ ਵੱਲੋਂ ਖਾਸ ਤੌਰ ਤੇ ਲੋੜ ਵੇਲੇ ਮਦਦ ਦੀ ਗੱਲ ਆਖੀ ਗਈ। ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਰਥ ਅਮਰੀਕਾ ਦੇ ਬਿਊਰੋ ਚੀਫ ਮੁਨੀਸ਼ ਬਿਆਲਾ ਵੱਲੋਂ ਵੱਖ-ਵੱਖ ਮੌਜੂਦ ਹਸਤੀਆਂ ਨਾਲ ਗੱਲਬਾਤ ਵੀ ਕੀਤੀ ਗਈ। Since we were at the height of pandemic here in the New York area, and we were hit hardest in our country and probably the world at the time, so we are uniquely aware of how cruel and insidious this disease is. And as we begin to emerge from the pandemic, what we are witnessing now in India is an unbelievable, heartbreaking tragedy. The suffering is just unimaginable. But some things that we can sympathize with: overflowing hospitals, mortuaries that are overflowing. It's just staggering. We know that we must do something. We must act to help our brothers and sisters in India. Nassau is extremely proud of our South Asian community. It is a community that's compassionate, a strong community, but most of all, it's blessed with strong, great leaders in all fields of occupations, from government to medicine to business, and many of those leaders are here today. So we, along as governmental officials, along with our religious leaders and all the leaders here today, pledge our commitment to do what we can to gather the resources that are needed in India, for PPE, for oxygen, for the medical know-how. We must get this done. We must make a difference, and together I know that we can help our brothers and sisters in India and relieve them of this terrible tragedy. So God bless all of you and thank you for gathering today. ਮੈਂ ਤਾਂ ਇਹ ਕਹਾਂਗਾ ਕਿ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਅੱਜ ਯੂਨਾਈਟਿਡ ਅਸੀਂ ਸਾਰੇ ਇੱਥੇ ਇਕੱਠੇ ਹੋਏ ਬੋਬੀ ਕੁਮਾਰ ਕਲੋਟੀ ਦੇ ਸੱਦੇ ਤੇ, ਸਾਰੀਆਂ ਆਰਗੇਨਾਈਜੇਸ਼ਨ, ਸਾਰੀ ਕਮਿਊਨਿਟੀ, ਪਰ ਮਾੜੇ ਵਕਤ ਵਾਸਤੇ। ਮਾੜਾ ਵਕਤ ਜੋ ਇੰਡੀਆ ਚੱਲ ਰਿਹਾ, ਜੋ ਕਿ ਇੰਨਾ ਦਰਦਨਾਕ ਹੈ, ਅਸੀਂ ਜੋ ਪੜ੍ਹਦੇ ਹਾਂ ਉਹ ਤੋਂ ਕਿਤੇ ਕਈ ਗੁਣਾ ਜ਼ਿਆਦਾ ਉੱਥੇ ਕਰੋਨਾ ਦੇ ਕੇਸ ਆ ਰਹੇ ਨੇ, ਕਈ ਗੁਣਾ ਜ਼ਿਆਦਾ ਮੌਤਾਂ ਹੋ ਰਹੀਆਂ, ਦਿਲ ਹਿਲ ਜਾਂਦਾ ਹੈ। ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਵੱਧ ਚੜ੍ਹ ਕੇ ਹਿੱਸਾ ਲਈਏ। ਜੋ ਵੀ ਮਦਦ ਅਸੀਂ ਕਰ ਸਕਦੇ ਹਾਂ, ਚਾਹੇ ਅਸੀਂ ਡਾਲਰ ਦੀ ਕਰ ਸਕਦੇ ਹਾਂ, ਚਾਹੇ ਅਸੀਂ ਸਮਾਨ ਭੇਜ ਸਕਦੇ ਹਾਂ, ਚਾਹੇ ਅਸੀਂ ਕਾਲ ਕਰਕੇ ਉੱਥੇ ਲੋਕਾਂ ਨੂੰ ਇੱਕ ਸੰਤਾਵਨਾ ਦੇ ਸਕਦੇ ਹਾਂ ਕਿ ਬਈ ਅਸੀਂ ਤੁਹਾਡੇ ਨਾਲ ਹਾਂ। ਸਾਨੂੰ ਤੌਰ ਤੇ ਪ੍ਰਾਰਥਨਾ ਅਰਦਾਸ ਕਰਨੀ ਚਾਹੀਦੀ ਹੈ ਕਿ ਬਈ ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਹੇ ਰੱਬਾ, ਸਾਰਿਆਂ ਦਾ ਭਲਾ ਕਰ, ਸਰਬੱਤ ਦਾ ਭਲਾ ਕਰ। ਅਤੇ ਮੈਂ ਇਹ ਕਹਾਂਗਾ ਕਿ ਆਓ ਸਾਰੇ ਮਿਲ ਕੇ, ਜਿਵੇਂ ਕਿ ਅੱਜ ਇਕੱਠੇ ਹੋਏ ਹਾਂ, ਕਮਿਊਨਿਟੀ, ਸਾਰੀ ਕਮਿਊਨਿਟੀਜ਼ ਇਕੱਠੇ ਹੋਈਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਮੇਰੇ ਨਾਲ ਨੇ ਇਸ ਵੇਲੇ ਡਾਕਟਰ ਬੋਬੀ ਕੁਮਾਰ ਕਲੋਟੀ ਜੀ, ਫਰੈਂਡਸ ਫॉर ਗੁੱਡ ਹੈਲਥ ਤੇ ਇਹ ਜਿਹੜੇ ਨੇ ਕਰਤਾ ਧਰਤਾ ਨੇ, ਚੇਅਰਮੈਨ ਨੇ ਅਤੇ ਦੁਨੀਆ ਭਰ ਦੇ ਵਿੱਚ ਤਕਰੀਬਨ 127 ਮੁਲਕਾਂ ਦੇ ਵਿੱਚ ਇਹਨਾਂ ਦੀ ਸੰਸਥਾ ਜਿਹੜੀ ਹੈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੀ ਹੈ। ਬੋਬੀ ਜੀ, ਅੱਜ ਇੱਕ ਕਿਹਾ ਜਾਂਦਾ, ਇੱਕ ਕਹਾਵਤ ਦਿੱਤੀ ਜਾਂਦੀ ਹੈ ਕਿ ਇੱਜ਼ਤ ਮਿਲਦੀ ਨਹੀਂ ਹੈ, ਇੱਜ਼ਤ ਕਮਾਈ ਜਾਂਦੀ ਹੈ। ਸਾਡੇ ਭਾਈਚਾਰੇ ਨੇ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਇੱਜ਼ਤ ਕਮਾਈ ਹੈ, ਸਪੈਸ਼ਲੀ ਕੋਵਿਡ-19 ਦੇ ਵਿੱਚ ਮਾਰਚ 2020 ਤੋਂ ਕੰਮ ਜਿਸ ਤਰੀਕੇ ਨਾਲ ਕੀਤਾ ਹੈ, ਅੱਜ ਉਹਨੇ ਮਜਬੂਰ ਕਰ ਦਿੱਤਾ ਕਿ ਇੱਥੋਂ ਦੇ ਇਲੈਕਸ਼ਨ ਪੋਲੀਟੀਸ਼ੀਅਨਸ ਜਿਹੜੇ ਹੈਗੇ ਨੇ, ਉਹ ਇਲੈਕਟਡ ਅਫੀਸ਼ੀਅਲਸ ਨੇ, ਸਾਰੇ ਇਕੱਠੇ ਹੋ ਕੇ ਤੁਹਾਡੀ ਮਦਦ, ਤੁਹਾਡੇ ਇੱਕ ਆਵਾਜ਼ ਦੇ ਵਿੱਚ ਇਕੱਠੇ ਹੋਏ ਨੇ ਅਤੇ ਤੁਹਾਨੂੰ ਉਹਨਾਂ ਨੇ ਅੱਜ ਵਚਨ ਦਿੱਤਾ ਹੈ ਕਿ ਬੋਬੀ ਜੀ, ਜਿਸ ਤਰੀਕੇ ਨਾਲ ਵੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ, ਅਸੀਂ ਤੁਹਾਡੀ ਮਦਦ ਦੇ ਵਿੱਚ ਯੋਗਦਾਨ ਪਾਵਾਂਗੇ, ਅਸੀਂ ਸਾਥ ਦੇਵਾਂਗੇ। ਕੀ ਕਹੋਗੇ? First of all, I want to say thank you to all the media who came out and all the president of each organizations throughout the state of New York
The theme was United We Stand, United We Work, United We Care, United We Serve. And they shown their leadership being together. I have my friend Jagdish Shivani ji also just joining me right now. As you know, all the leaders today show with their presence and their organizations what we mean United We Care India. Every organization, the president deserve a respect and credit and thank you, and their associations that they all together join. It is their events, it's not my event. It humbled me to say that they've given me a love and respect to put it together, but it's their leadership, equally important, who want to serve our sister brothers back in India, and that's what it's all about. Like you said, इज्जत कमाई जाती है. I'm working 40 years for one theme, what I learned from Guru Granth Sahib Ji and Guru Nanak Dev Ji. कर सेवा, don't look for मेवा. वो अपने आप ही आ जाता है. But continue do the service, just like a mother raise a child. It's child's responsibility to make sure he or she take care of it when mom need it. But it's unconditional. And I'm unconditionally try to serve, try to follow the footsteps of our Sikh Guru Nanak Dev Ji, who taught everyone is equal, serve, serve and serve. There's nothing greater, and be humble, not arrogance. And nothing can make you more humble when you're willing to serve someone else. Thank you. ਮੇਰੇ ਨਾਲ ਇਸ ਵੇਲੇ ਮਿਸਟਰ ਜਗਦੀਸ਼ ਸ਼ਿਆਨੀ ਜੀ, ਇਹ ਖਾਸ ਤੌਰ ਤੇ ਕਹਾਂਗਾ ਬੀਜੇਪੀ ਨੂੰ ਰਿਪਰੈਜ਼ੈਂਟ ਕਰਦੇ ਨੇ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ, ਜਿਹੜਾ ਹੈ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਪ੍ਰੋਵਾਈਡ ਕਰਾ ਰਹੇ ਨੇ. ਜਗਦੀਸ਼ ਜੀ, ਟੂ ਬੀ ਵੈਰੀ ਫਰੈਂਕ, ਅਸੀਂ ਇਸ ਅਮਰੀਕਾ ਦੇ ਵੀ ਜਿਹੜੇ ਦੇਣਦਾਰ ਹੈਗੇ ਆ, ਆਪਣੇ ਮੁਲਕ ਦੇ ਵੀ ਦੇਣਦਾਰ ਹੈ, ਕਿਉਂਕਿ ਦੋਵਾਂ ਨੇ, ਇੱਕ ਸਾਡੀ ਕਰਮ ਭੂਮੀ ਹੈ, ਇੱਕ ਸਾਡੀ ਜਨਮ ਭੂਮੀ ਹੈ. ਅੱਜ ਜਿਸ ਤਰੀਕੇ ਦੀ ਇੱਕ ਪੇਨ ਹੈਗੀ, ਜਿਸ ਤਰੀਕੇ ਦਾ ਦਰਦ ਹੈ, ਜਿਸ ਤਰੀਕੇ ਦਾ ਗੁੱਸਾ ਵੀ ਹੈ ਕਿਤੇ ਨਾ ਕਿਤੇ ਪੋਲੀਟੀਕਲ ਸਿਸਟਮ ਨੂੰ ਲੈ ਕੇ, ਜਿਸ ਤਰ੍ਹਾਂ ਇੱਥੋਂ ਦਾ ਪੋਲੀਟੀਕਲ ਸਿਸਟਮ ਨੇ ਆਪਣੇ ਆਪ ਨੂੰ ਇਕੱਠੇ ਕਰਕੇ ਕੋਵਿਡ ਨਾਲ ਲੜਨ ਦੀ ਕੋਸ਼ਿਸ਼ ਕੀਤੀ, ਸਾਡੇ ਉੱਥੇ ਉਹ ਚੀਜ਼ ਨਹੀਂ ਦਿਖੀ. ਸਾਡੇ ਅੱਜ ਤੱਕ ਵੀ ਬਲੇਮ ਗੇਮ ਹੈ. ਬਟ ਤੁਸੀਂ ਬੀਜੇਪੀ ਨੂੰ ਰਿਪਰੈਜ਼ੈਂਟ ਕਰਦੇ ਹੋ, ਕਿ ਆਪਣੇ ਵੱਲੋਂ NRI ਭਾਈਚਾਰੇ ਦਾ ਥੋੜ੍ਹਾ ਜਿਹਾ ਵੀ ਜਿਹੜਾ ਗੁੱਸਾ ਹੈਗਾ ਉਹ ਆਪਣੀ ਪਾਰਟੀ ਤੱਕ ਲੈ ਕੇ ਜਾ ਰਹੇ ਹੋ, ਕਿ ਤੁਹਾਨੂੰ ਥੋੜ੍ਹਾ ਜਿਹਾ ਸਮਝ ਦੇ ਨਾਲ ਕੰਮ ਲੈਣਾ ਚਾਹੀਦਾ ਸੀ? First of all, thank you very much for having me. I must thank Bobby ji for arranging this. You know, just the whole community has come together. This is not about BJP or Congress. This is not about political party. This India is passing through a crisis. Just imagine, more than 350,000, 400,000 cases a day. More than 3,000 people dying a day. So it is all our duty कि जो तन मन धन से हम यहाँ कर सकते हैं वो किया जाए. गवर्नमेंट वहाँ बहुत कर रही है, बट ये जो सिचुएशन आती है 100 साल में, सेंचुरी में एक बार आती है. तो गवर्नमेंट, आई वुडंट से गवर्नमेंट इज ट्राइंग इट्स लेवल. गुस्सा सबको आता है, लेकिन वी हैव टू यूज़ इट पॉजिटिवली, कि हम जितना कुछ कर सकें यहाँ से भेजे. ऑक्सीजन कॉन्सनट्रेटर, वेंटिलेटर्स, यहाँ मैं सबसे टच में हूँ. स्पेशली आई एम अ पार्ट ऑफ सेवा ऑल्सो, थ्रू सेवा USA. करीबन हमने $15 मिलियन इकट्ठे किए हैं. मोर देन 8,000 कॉन्सनट्रेटर अभी तक भेज चुके हैं, और 10-12 हज़ार और भेजेंगे. काफ़ी वेंटिलेटर्स. सो इट्स अ प्रोसेस. हम काफ़ी कर रहे हैं. यस, आपकी तरह हमें भी तकलीफ़ हो रही है. जब रोज़ हम TV चलाते हैं, देखते हैं कि इतने सारे लोग सफ़र कर रहे हैं. बड़ी तकलीफ़ की बात है. तो हमारी तो यही रिक्वेस्ट है कि यहाँ जो हम 5 मिलियन हिंदुस्तानी भारत के हैं, और नॉट ओनली इंडियन अमेरिकन बट अमेरिका, क्योंकि जब आपको याद होगा, जब लास्ट मार्च में यहाँ अमेरिका प्रॉब्लम में था, तब मोदी जी ने इनको हेल्प किया था. तो टाइम हैज़ कम टू अमेरिका. डेफिनेटली अमेरिका काम भी करा, लेकिन आपने जो मदद भेजी, मैं आपको वैसे ही क्वेश्चन करता हूँ कि देखिए, वाइट हाउस में एक क्वेश्चन किया गया, जिसके कारण कई लोग जो मदद कर रहे थे वो भी पीछे चले गए, कि अभी तक इन्होंने जो वहाँ पे हमने इनको सामान भेजा है, जो इनको मदद भेजी है, दैट वाज नॉट डिस्ट्रीब्यूटेड. तो अमेरिकन मीडिया ने एक क्वेश्चन किया वाइट हाउस को कि क्यों
क्यों हम जो टैक्स पेयर का डॉलर है वो इस तरीके से जा रहे हैं जब वो यूज़ ही नहीं कर रहे। तो कम से कम आपका एक मैसेज तो होगा कि भाई जितनी भी हम मदद ने अगर $100 की कोई भी चीज़ यहाँ से भेजी है तो आपका भी ये दिल में होगा कि वो इमीडिएटली जाते ही मदद हो जाए। बिल्कुल बिल्कुल, आई टोटली एग्री विथ यू, एब्सोल्युटली, इन यू आर 100% राइट। और जो भी $1 भी भेजता है वो वहाँ इमीडिएटली यूज़ हो, आई टोटली एग्री विथ यू। बट लुक एट अदर पॉइंट ऑफ व्यू ऑल्सो, सिचुएशन इतनी टफ है यहाँ, जो भी पूरी गवर्नमेंट मशीनरी इसके ऊपर लगी पड़ी है। यस, दे कुड हैव डन बेटर, लाइक जो वहाँ एक दिन कुछ लॉजिस्टिक का प्रॉब्लम था वो नहीं होना चाहिए, एंड गवर्नमेंट शुड डू बेस्ट, एंड आई एम श्योर गवर्नमेंट इज ट्राइंग देयर बेस्ट कि ऐसा फ्यूचर में नहीं हो। यस, क्योंकि ईच मिनट काउंट्स, लाइक आपको भी पता है, ईच आवर, ईच डे काउंट्स, ईच डे वो जो कॉन्सेंट्रेटर जल्दी यूज़ होगा तो कुछ लाइफ बच सकती है। जी, अगर आपकी यहाँ से क्या मैसेज है? आपने पूरी दुनिया देखी है, यू आर ए सिटीजन ऑफ दुनिया के सबसे ताकतवर मुल्क के अभी आप सिटीजन हो यहाँ पे, तो आपका क्या मैसेज है कि पॉलिटिक्स हम कल कर लेंगे, आज काम कर ले? बिल्कुल, एब्सोल्युटली, दिस इज़ नॉट, ये बिल्कुल पॉलिटिक्स की बात ही नहीं है, ये तो पार्ट है अबाउट ह्यूमैनिटेरियन कॉज है। ये जो भी हो रहा है, जस्ट फॉरगेट अबाउट पॉलिटिक्स, जब इलेक्शन होगी तब देख लेंगे हम इलेक्शन को। अभी जैसे कैसे मैक्सिमम लाइव्स वी सेव, दैट इज़ मोर इम्पॉर्टेंट। सो लेट अस फॉरगेट पॉलिटिक्स, लेट्स डू व्हाट वी कैन डू एंड व्हाट गवर्नमेंट शुड डू so that we can save maximum number of lives, and we pray, you know, हम सिर्फ गुरु नानक दरबार के बाहर खड़े हैं, we pray कि सब जल्दी से अच्छा हो जाए। is a good thing, like everybody come together ਔਰ ਸਾਰੇ ਬੰਦੇ ਇਕੱਠੇ, ਸਾਰੀਆਂ ਆਰਗੇਨਾਈਜੇਸ਼ਨਾਂ ਦੇ ਲੀਡਰ ਇਕੱਠੇ ਹੋ ਗਏ ਔਰ ਸਾਨੂੰ ਇੱਕ ਸਾਂਝਾ ਮੈਸੇਜ ਅਸੀਂ ਪ੍ਰੈਸ ਕਾਨਫਰੰਸ ਥਰੂ ਆਪਣੇ ਜਿੰਨੇ ਵੀ ਇੰਡੀਅਨ ਭਰਾ ਭੈਣ ਇੱਥੇ US 'ਚ ਵਸਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਆ ਤਾਂ ਕਿ ਉਹਨਾਂ ਨੂੰ ਉਹ ਜਾਗਰੂਕ ਹੋਣ ਔਰ ਆਪਣੇ ਭੈਣ ਭਰਾ ਜਿਹੜੇ ਇੰਡੀਆ ਦੇ ਵਿੱਚ ਆ, ਸਾਡੀ ਮਦਰਲੈਂਡ ਆ, ਉਹਨਾਂ ਨੂੰ ਸਾਡੀ ਹੁਣ ਜ਼ਰੂਰਤ ਹੈ ਤੇ ਦੇ ਰੀਅਲੀ ਨੀਡ ਅ ਬੈਟ ਵੀ ਸਾਨੂੰ ਸਾਡਾ ਫਰਜ਼ ਬਣਦਾ ਆਪਦੇ ਪਿੱਛੇ ਆਪਣੇ ਭੈਣ ਭਰਾਵਾਂ ਨੂੰ, ਆਪਦੇ ਮਾਂ ਪਿਓ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਦੀ ਹੈਲਪ ਕਰਨੀ। ਔਰ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ, ਆਪਣੀ US ਕਮਿਊਨਿਟੀ, ਇੰਡੀਅਨ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਦੇ ਸਾਰੇ ਭੈਣ ਭਰਾਵਾਂ ਨੂੰ ਅਸੀਂ ਪੁਰਜੋਰ ਯਾਨੀ ਕਿ ਸਾਡੀ ਰਿਕੁਐਸਟ ਹੈ ਕਿ ਉਹ ਵੀ ਵਿਲ ਹੈਲਪ ਆਵਰ ਇੰਡੀਅਨ ਬ੍ਰਦਰਸ and sister back home in India. So please do, everybody spare $1, $5, $10, do whatever you can do it. Don't think, just do it. Thank you. ਮੇਰੇ ਨਾਲ ਨੇ ਸਰਦਾਰ ਪਰਮਜੀਤ ਸਿੰਘ ਜੀ ਬੇਦੀ ਇਸ ਵੇਲੇ, ਅਤੇ ਖਾਸ ਤੌਰ ਤੇ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਨਿਊਯਾਰਕ ਦੇ ਵਿੱਚ, ਅਤੇ ਉਸ ਦਾ ਕਾਰਨ ਸੀ ਕਿ ਜਿੰਨੇ ਵੀ ਅਮਰੀਕਨ ਪੋਲੀਟੀਸ਼ੀਅਨਸ ਹੈਗੇ ਨੇ ਜਾਂ ਇਲੈਕਟਿਡ ਅਫੀਸ਼ੀਅਲਸ ਨੇ, ਉਹਨਾਂ ਨੇ ਇੱਕ ਵਚਨ ਦੇ ਵਿੱਚ ਕਿਹਾ ਕਿ ਅੱਜ ਇੰਡੀਆ ਦੀ ਮਦਦ ਕਰਨ ਦੀ ਲੋੜ ਹੈ ਤੇ ਉਹ ਮਦਦ ਕਰਨਗੇ। ਪਰ ਮੈਂ ਬੇਦੀ ਸਾਹਿਬ ਤੁਹਾਡੇ ਇੱਕ ਸਵਾਲ ਕਰਦਾ, ਇਸ ਜਿਹੜੀ ਅੱਜ ਵਚਨ ਆਇਆ ਹੈ, ਇਸ ਵਚਨ ਦੀ ਜਿਹੜੀ ਸਭ ਤੋਂ ਵੱਡੀ ਸ਼ੁਰੂਆਤ ਹੁੰਦੀ ਹੈ ਮਾਰਚ 2020 ਦੇ ਵਿੱਚ, ਜਦੋਂ ਕੋਵਿਡ ਅਮਰੀਕਾ ਦੇ ਵਿੱਚ ਆ ਜਾਂਦਾ ਹੈ ਤਾਂ ਸਿੱਖ ਭਾਈਚਾਰਾ ਜਿਹੜਾ ਹੈ ਉਹ ਆਪਣੇ ਗੁਰੂ ਘਰ ਖੋਲ੍ਹ ਦਿੰਦਾ ਹੈ, ਲੰਗਰ ਜਿਹੜੇ ਨੇ ਲੋਕਾਂ ਦੇ ਦਰਵਾਜ਼ੇ ਤੇ ਚਲੇ ਜਾਂਦੇ ਨੇ, ਦਰਵਾਜ਼ੇ ਨੂੰ ਨੋਕ ਕਰਕੇ ਕਿਹਾ ਜਾਂਦਾ ਹੈ ਕਿ ਅਗਰ ਜ਼ਰੂਰਤ ਹੈ ਤਾਂ ਸਾਨੂੰ ਦੱਸੋ, ਅਸੀਂ ਤੁਹਾਡੀ ਸੇਵਾ ਕਰਨ ਵਾਸਤੇ ਹਾਜ਼ਰ ਹਾਂ। ਕਿ ਅੱਜ ਉਸ ਸੇਵਾ ਨੇ ਮਜਬੂਰ ਕੀਤਾ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਕਿ ਅੱਜ ਅਸੀਂ ਇੰਡੀਆ ਜਾ ਕੇ ਮਦਦ ਕਰਨੀ ਹੈ? देखो जी, इस तरह के ये जड़ा सेवा हो रही है, सारी दुनिया ਨੂੰ ਪਤਾ ਕਿ ਇਸ ਟਾਈਮ ਇੰਡੀਆ ਦੇ ਵਿੱਚ ਕੀ ਬੁਰਾ ਹਾਲ ਹੈ ਜੀ। ਉੱਥੇ ਸਾਡੇ ਕੋਲ ਆਕਸੀਜਨ ਦੀ ਕਮੀ ਹੈ, ਵੈਂਟੀਲੇਟਰ ਦੀ ਕਮੀ ਹੈ, ਹਸਪੀਟਲ ਦੀ ਕਮੀ ਹੈ, ਸੋ ਲੋਕ ਸੜਕਾਂ ਦੇ ਉੱਤੇ ਮਰ ਰਹੇ ਨੇ, ਬਹੁਤ ਬੁਰਾ ਹਾਲ ਹੈ। ਔਰ ਇਦਾਂ ਦੇ ਮੌਕੇ ਦੇ ਉੱਤੇ, ਪੈਂਡੈਮਿਕ ਦੇ ਇਸ ਟਾਈਮ ਦੇ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਿਹੜੀ ਮੈਂ ਐਪਰੀਸ਼ੀਏਟ ਕਰਨਾ ਚਾਹਾਂਗਾ ਉਸ ਕਮੇਟੀ ਨੂੰ ਕਿ ਉਹਨਾਂ ਨੇ ਥਾਂ ਥਾਂ ਤੇ ਜਾ ਕੇ ਗੁਰੂ ਦੇ ਲੰਗਰ ਲਗਾਏ, ਔਰ ਇਸ ਟਾਈਮ ਆਕਸੀਜਨ ਦੇ ਲੰਗਰ ਕਈ ਗੁਰਦੁਆਰੇ 'ਚ ਲੱਗੇ ਹੋਏ ਨੇ, ਫ੍ਰੀ ਆਕਸੀਜਨ ਦਿੱਤੀ ਜਾ ਰਹੀ ਹੈ। ਸੋ ਇਤਨਾ ਕੰਮ ਹੋ ਰਿਹਾ ਹੈ ਕਿ ਜਿੱਥੇ ਵੀ ਲੋੜ ਹੈ ਉੱਥੇ ਉਹਨਾਂ ਨੂੰ ਰਾਸ਼ਨ ਪਹੁੰਚਾਏ ਜਾ ਰਹੇ ਨੇ, ਜਿੱਥੇ ਫੂਡ ਦੀ ਲੋੜ ਹੈ। ਔਰ ਕੁਛ ਇੱਕ ਸੰਟੀ ਬੰਦਾ ਹੈਗਾ ਜਿਹੜਾ ਕਿ ਲੋਕਾਂ ਦੇ ਸੰਸਕਾਰਾਂ ਦਾ ਕੰਮ ਕਰ ਰਹੇ ਨੇ, ਕਿ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਸੈਲਫਲੈਸ ਸੇਵਾ ਦਾ ਡਿਊਟੀ ਲਾਈ ਸੀ ਸਾਡੀ। ਮੈਂ ਸਮਝ ਰਿਹਾ ਕਿ ਇਸ ਪੈਂਡੈਮਿਕ ਦੇ ਟਾਈਮ 'ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਮ ਇੱਕ ਐਸੀ ਕੌਮ ਹੈ ਜਿਹੜੀ ਹਰ ਮੌਕੇ 'ਤੇ ਬਗੈਰ ਸੋਚੇ ਸਮਝੇ ਕਿ ਕੌਣ ਸਾਡਾ ਦੁਸ਼ਮਣ ਹੈ, ਕੌਣ ਸਾਡਾ ਦੋਸਤ ਹੈ, ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਉਹ ਸਾਨੂੰ ਸਭ ਗੁਰੂ ਦੇ ਬੰਦੇ ਦਿਖਾਈ ਦਿੰਦੇ ਨੇ। ਸੋ ਉਸ ਦੌਰਾਨ ਸਾਡੇ ਜੋ ਹੈ ਸਿੱਖ ਹਰ ਥਾਂ 'ਤੇ ਪਹੁੰਚ ਕੇ ਇਸ ਮੌਕੇ 'ਤੇ ਸੇਵਾ ਕੀਤੀ ਜਾ ਰਹੀ ਹੈ। ਔਰ ਜਿਹੜਾ ਤੁਹਾਡਾ ਕੁਐਸਚਨ ਸੀਗਾ, ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ, ਇਹਦੇ ਵੀ ਰੀਜ਼ਨ ਨੇ ਕਿਉਂਕਿ ਇਹ ਚੀਜ਼ ਦਾ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਸਿੱਖ ਕੌਮ ਦੇ ਬੰਦੇ ਗੁਰੂ ਘਰਾਂ ਦੇ ਵਿੱਚੋਂ ਆਕਸੀਜਨ ਔਰ ਲੰਗਰ ਚਲਾਏ ਜਾ ਰਹੇ ਨੇ। ਅਤੇ ਮੈਂ ਸਮਝਦਾ ਕਿ ਅੱਜ ਇੱਥੇ ਅਗਰ ਬੋਬੀ ਕੁਮਾਰ ਜੀ ਨੇ ਕਾਨਫਰੰਸ ਕੀਤੀ ਹੈ, ਇਹ ਬੜਾ ਅੱਛਾ ਸਟੈਪ ਹੈ।
ਅਫੀਸ਼ੀਅਲ ਵੀ ਆਏ ਸਨ ਤੇ ਅਸੀਂ ਉਮੀਦ ਰੱਖਦੇ ਹਾਂ ਗਵਰਨਮੈਂਟ ਅਫੀਸ਼ੀਅਲ ਜਿਹੜੇ ਨੇ ਆਪਣੇ ਗਵਰਨਰ ਨੂੰ ਕਹਿ ਕੇ ਸ਼ਾਇਦ ਸਾਡੀ ਵੈਂਟੀਲੇਟਰ ਔਰ ਹੋਰ ਦੀ ਆਕਸੀਜਨ ਦੀ ਹੈਲਪ ਸਾਡੀ ਹੋ ਸਕੇ, ਇੰਡੀਆ ਦੀ ਹੈਲਪ ਹੋ ਸਕੇ, ਜਿਹੜੀ ਕਿ ਇਸ ਟਾਈਮ ਬੜੀ ਜ਼ਰੂਰਤ ਹੈ। ਬਿਲਕੁਲ ਸਤਵੀਰ, ਅਸੀਂ ਜਦੋਂ ਗੱਲ ਕਰਦੇ ਹਾਂ 1984 ਕਦੇ ਵੀ ਨਾ ਭੁੱਲਣ ਵਾਲਾ ਜਿਹੜਾ ਵਾਕਿਆ ਹੈਗਾ, ਜੋ ਕੁਝ ਵਾਪਰਿਆ ਨਵੰਬਰ 1984, ਤੁਸੀਂ ਉਸ ਵੇਲੇ ਛੋਟੇ ਸੀ, ਲੇਕਿਨ ਅੱਜ ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਕਈ ਜਗ੍ਹਾ ਅਜੇ ਵੀ ਉਹਦੀਆਂ ਝੇਡਾਂ ਹੁੰਦੀਆਂ ਰਹੀਆਂ ਨੇ, ਪਰ ਉਹ 1984 ਦਾ ਦਿਨ ਨੂੰ ਲੈ ਕੇ ਉਹ ਸਿੱਖ ਨੇ, ਉਹ ਦਿੱਲੀ ਦੀਆਂ ਸੜਕਾਂ ਨੇ, ਹਾਲਾਤ ਬਦਲ ਚੁੱਕੇ ਨੇ। ਉਸ ਵੇਲੇ ਸਿੱਖ ਜਿਹੜੇ ਸਨ ਆਪਣਾ ਸਿਰ ਲੁਕਾ ਰਹੇ ਸਨ ਕਿ ਕਿਤੇ ਬਚ ਜਾਈਏ, ਗੁਰੂ ਘਰ ਜਿਹੜੇ ਜਲਾਏ ਜਾ ਸਕਦੇ ਸਨ, ਅੱਜ ਉਹ ਗੁਰੂ ਘਰ ਲੋਕਾਂ ਦੀਆਂ ਲਾਸ਼ਾਂ ਜਲਾਉਣ ਵਾਸਤੇ ਵੀ ਇੰਤਜ਼ਾਮ ਕਰਵਾ ਰਹੇ ਨੇ। ਅੱਜ ਆਕਸੀਜਨ ਵੀ ਉੱਥੇ ਦਿੱਤੀ ਜਾ ਰਹੀ ਹੈ, ਅੱਜ ਹਰ ਇੱਕ ਤਰੀਕੇ ਦੀ ਮਦਦ ਉੱਥੇ ਪਹੁੰਚਾਈ ਜਾ ਰਹੀ ਹੈ। ਅੱਜ ਜਿਹੜੀ ਇਹ ਕਹਾਣੀ ਚੇਂਜ ਹੋਈ ਹੈ 37 ਸਾਲਾਂ ਬਾਅਦ, ਤੁਹਾਨੂੰ ਲੱਗਦਾ ਹੈ ਕਿ ਇਤਿਹਾਸ ਜਿਹੜਾ ਹੈ ਇਸ ਨੂੰ ਸੁਨਹਿਰੀ ਅੱਖਰਾਂ 'ਚ ਲਿਖੇਗਾ? ਦੇਖੋ ਜੀ, ਜਦੋਂ ਘਰ ਚੱਲਦੇ ਆ ਸਾਰਿਆਂ ਦੇ ਦੁੱਖ ਤਾਂ ਬੜਾ ਹੁੰਦਾ, ਪਰ ਸਾਡੇ ਗੁਰੂਆਂ ਨੇ ਇੱਕੋ ਚੀਜ਼ ਸਿਖਾਈ ਹੈ ਸਾਨੂੰ, ਅੰਦਰੋਂ ਦੀ ਦੁੱਖ ਹੁੰਦਾ, ਲੜਾਈ ਕਰਨ ਨੂੰ ਵੀ ਜੀਅ ਕਰਦਾ, ਰਾਈਟ, ਪਰ ਐਂਡ ਆਫ ਦ ਡੇ ਜਦੋਂ ਗੁਰੂ ਯਾਦ ਆਉਂਦੇ ਨਾ ਸਾਨੂੰ, ਤੇ ਇੱਕੋ ਹੀ ਚੀਜ਼ ਆਉਂਦੀ ਹੈ ਕਿ ਸਾਰੇ ਇੱਕੋ ਹੀ ਹੈ, ਮਾਨਸ ਕੀ ਜਾਤ ਇੱਕੋ ਹੀ ਹੈ, ਨਾ ਕੋਈ ਹਿੰਦੂ, ਨਾ ਕੋਈ ਸਿੱਖ, ਨਾ ਕੋਈ ਮੁਸਲਮਾਨ, ਅਸੀਂ ਸਾਰੇ ਇੱਕੋ ਹੀ ਹਾਂ। ਸੋ ਜੋ ਗੁਰੂਆਂ ਨੇ ਸਿਖਾਈ ਹੈ ਉਹ ਐਕਚੁਅਲੀ ਜਦੋਂ ਅਸੀਂ ਗੁਰੂ ਵੱਲ ਦੇਖਦੇ ਹਾਂ ਨਾ, ਦੇਰ ਇਜ਼ ਨੋ ਅਦਰ ਚੋਇਸ ਦੈਨ ਟੂ ਹੈਲਪ ਹਿਊਮੈਨਿਟੀ। ਤੇ ਉਹ ਹਿਊਮੈਨਿਟੀ ਦੇ ਜਿੱਥੇ ਆ ਜਾਂਦਾ, ਜਦੋਂ ਬੰਦਾ ਭਾਵੇਂ ਹਿੰਦੂ ਹੋਵੇ ਜਾਂ ਸਿੱਖ ਹੋਵੇ ਜਾਂ ਮੁਸਲਮਾਨ ਹੋਵੇ, ਜਿਹੜਾ ਮਰਜ਼ੀ ਹੋਵੇ, ਈਸਾਈ ਹੋਵੇ, ਜਦੋਂ ਉਹ ਵਿਚਾਰਾ ਹਰਟ ਹੋ ਰਿਹਾ ਹੁੰਦਾ ਨਾ, ਦਿਲ ਦੁਖਦਾ ਤੇ ਸੇਵਾ ਕਰਨ ਨੂੰ ਸਾਰਿਆਂ ਦਾ ਜੀ ਕਰਦਾ। ਸੋ ਉਹ 84 ਜੋ ਹੋਇਆ ਠੀਕ ਹੈ ਹੋਇਆ, ਪਰ ਅੱਜ ਆਈ ਥਿੰਕ ਉਹ ਟਾਈਮ ਆ ਗਿਆ ਜਿੱਥੇ ਸਾਨੂੰ ਸਾਰਿਆਂ ਨੂੰ ਯੂਨਾਈਟਿਡ ਹੋ ਰਹੇ ਹਾਂ, ਅਸੀਂ ਇੱਕ ਦੂਸਰੇ ਦੀ ਸੇਵਾ ਕਰ ਰਹੇ ਹਾਂ, ਸਾਰੇ ਇੱਕ ਦੂਸਰੇ ਦੇਖ ਰਹੇ ਹੈ, ਸਾਰੀ ਕੌਮ ਭਾਵੇਂ ਹਿੰਦੂ ਕੌਮ ਹੈ ਜਾਂ ਸਿੱਖ ਕੌਮ ਹੈ, ਇੱਕ ਦੂਸਰੇ ਨੂੰ ਦੇਖ ਰਹੀ ਹੈ, ਕਹਿੰਦੀ ਹੈ ਵਾਹ ਜੀ ਵਾਹ, ਹੋਵੇ ਤਾਂ ਇੱਦਾਂ ਹੋਵੇ ਏਕਤਾ, ਤੇ ਏਕਤਾ ਹੋਵੇ ਨਾ ਤਾਂ ਫਿਰ ਕੋਈ ਡਿਫਰੈਂਸ ਨਹੀਂ ਰਹਿੰਦਾ। ਤੇ ਉਹ ਜਿਹੜੇ ਵੀ ਵੂੰਡ ਹੈਗੇ ਆ ਉਹ ਦਿਖਦੇ ਜ਼ਰੂਰ ਹੈ, ਪਰ ਥੋੜ੍ਹੇ ਬਹੁਤੇ ਹੀਲ ਹੁੰਦੇ ਆ ਟਾਈਮ ਦੇ ਨਾਲ। ਤੇ ਜਦੋਂ ਹੋਰ ਵੱਡੀ ਪੈਂਡੈਮਿਕ ਆ ਗਈ, ਜਿੱਦਾਂ ਪੈਂਡੈਮਿਕ ਸਾਨੂੰ ਇੰਡੀਆ ਨੂੰ ਡਿਸਟਰੋਏ ਕਰ ਰਹੀ ਹੈ, ਇਸ ਟਾਈਮ ਸਾਰੇ ਇਕੱਠੇ ਹੋ ਰਹੇ ਆ, ਬੜਾ ਚੰਗਾ ਲੱਗ ਰਿਹਾ। ਤੇ ਦੇਖੋ ਜੀ, ਉੱਪਰ ਵਾਲੇ ਦੀ ਖੇਡ ਹੈਗੀ ਹੈ, ਉਹਨਾਂ ਦਾ ਵੀ ਕੋਈ ਪਲਾਨ ਨਹੀਂ ਹੋਣਾ, ਤੇ ਵੀਰਿਆ ਅਸੀਂ ਕੀ ਕਰਨਾ, ਅਸੀਂ ਤਾਂ ਬਸ ਸਟੈਪਸ ਲੈ ਸਕਦੇ ਹਾਂ। ਦੱਸੋ ਜੀ ਕਰਨੀ ਕੀ ਹੈ, ਸੇਵਾ ਕਿੱਥੇ ਕਰਨੀ? ਬੇਦੀ ਸਾਹਿਬ, ਤੁਸੀਂ ਗਲੋਬਲ ਸਿੱਖ ਕੌਂਸਲ ਨੂੰ ਵੀ ਜਿਹੜਾ ਰਿਪਰੈਜ਼ੈਂਟ ਕੀਤਾ, ਤੁਸੀਂ ਅਫਗਾਨੀ ਸਿੱਖਾਂ ਦੇ ਉੱਤੇ ਵੀ ਬਹੁਤ ਜਿਹੜਾ ਕੰਮ ਕੀਤਾ, ਦੁਨੀਆ ਦੇ ਜਿੱਥੇ ਵੀ ਲੋੜ ਪਈ ਤੁਸੀਂ ਕੰਮ ਕੀਤਾ। ਅੱਜ ਜਿਹੜੀ ਲੋਕਾਂ ਦੀ ਵਿਚਾਰਧਾਰਾ ਚੇਂਜ ਹੋ ਗਈ, ਖਾਸ ਤੌਰ 'ਤੇ ਇੰਡੀਆ ਨੂੰ ਲੈ ਕੇ, ਕਿ ਪੋਲੀਟੀਸ਼ੀਅਨ ਨੂੰ ਨਾ ਦਿਓ, ਗੌਰਮੈਂਟ ਨੂੰ ਵੀ ਦਾਨ ਨਾ ਦਿਓ, ਗੁਰੂ ਘਰ 'ਚ ਦੇ ਦਿਓ। ਉਹ ਜੇ 1 ਰੁਪਿਆ ਦਿਓਗੇ ਤੇ ਉਹ 100 ਰੁਪਿਆ ਕਰਕੇ ਖਰਚ ਦੇਣਗੇ, ਕਿਤੇ ਨਾ ਕਿਤੇ ਕਿਸੇ ਦੇ ਲੋੜਵੰਦ ਆਊਗੀ। ਇਹ ਜਿਹੜੀ ਪਰਿਭਾਸ਼ਾ ਜਿਹੜੀ ਹੈ, ਇਸ ਨੂੰ ਕਮਾਉਣ ਵਾਸਤੇ ਕਿੰਨਾ ਕੁ ਟਾਈਮ ਲੱਗਾ, ਕਿੰਨੀ ਕੁ ਜਿਹੜੀ ਹੈ ਇਹਦੇ ਵਾਸਤੇ ਮਿਹਨਤ ਹੋਈ ਹੈ? ਦੇਖੋ ਜੀ, ਮੈਂ ਪਰਸਨਲ ਐਕਸਪੀਰੀਅੰਸ ਤੁਹਾਨੂੰ ਕਹਿ ਸਕਦਾ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਜਿੰਨੀ ਕਮਾਈ ਕਰਦੇ ਹੋ ਆਪਣਾ ਦਸਵੰਧ ਅੱਛੇ ਕੰਮਾਂ ਲਈ ਦਿਓ। ਮੈਂ ਜ਼ਿਆਦਾ ਇੱਥੇ ਕਹਿ ਨਹੀਂ ਸਕਦਾ ਕਿਉਂਕਿ ਆਪਣੇ ਬਾਰੇ ਕੋਈ ਗੱਲ ਕਰਨੀ ਬੜੀ ਅਜੀਬ ਲੱਗਦੀ ਹੈ, ਪਰ ਇੰਨਾ ਜ਼ਰੂਰ ਹੈ ਕਿ ਮੈਨੂੰ ਪਤਾ ਹੈ ਕਿ ਜਿੰਨਾ ਤੁਸੀਂ ਦਿੰਦੇ ਹੋ ਅੱਛੇ ਕੰਮਾਂ ਲਈ, ਜਿੰਨਾ ਤੁਸੀਂ ਕਿਸੇ ਗਰੀਬ ਦੀ ਹੈਲਪ ਕਰਦੇ ਹੋ, ਕਿਸੇ ਪਰਿਵਾਰ ਦੀ ਹੈਲਪ ਕਰਦੇ ਹੋ, ਉਹ ਗੁਰੂ ਤਾਂ 100 ਗੁਣਾ ਵਧਾ ਕੇ ਦਿੰਦਾ ਹੈ, ਉਹ ਖਜ਼ਾਨੇ ਘਟਦੇ ਹੀ ਨਹੀਂ ਹੈਗੇ। ਸੋ ਇਹ ਗੁਰੂ ਸਾਹਿਬ ਦਾ ਸਾਡਾ ਹੁਕਮ ਹੈ। ਔਰ ਮੈਂ ਤੇ ਅੱਜ ਦੀ ਡੇਟ ਦੇ ਵਿੱਚ ਮੈਂ ਇੱਕ ਅਪੀਲ ਹੀ ਕਰਨੀ ਚਾਹਾਂਗਾ, ਭਾਈ ਬੰਦੋ, ਤੁਹਾਡੇ ਗੁਆਂਢ ਵਿੱਚ, ਇੰਡੀਆ ਵਿੱਚ, ਤੁਹਾਡੇ ਪਿੰਡ ਵਿੱਚ, ਸ਼ਹਿਰ ਵਿੱਚ ਕੋਈ ਵੀ ਲੋੜਵੰਦ ਹੈ ਉਹਦੀ ਹੈਲਪ ਕਰੋ, ਗੁਰੂ ਸਾਹਿਬ ਤੁਹਾਡੇ ਖਜ਼ਾਨੇ ਭਰੇਗਾ। ਡਾਇਰੈਕਟ ਹੈਲਪ ਕਰੋ। ਤੁਹਾਡੇ ਕੁਐਸਚਨ ਨੂੰ ਮੈਂ ਆਨਸਰ ਕਰਦਾ ਡਾਇਰੈਕਟਲੀ। ਇੱਕ ਦਾ ਸਵਾ ਕਿੱਦਾਂ ਬਣਦਾ? ਦੇਖੋ ਜੀ, ਜਦੋਂ ਸੇਵਾ ਦੀ ਗੱਲ ਆਉਂਦੀ ਹੈ, ਡੋਨੇਸ਼ਨ ਦੀ ਗੱਲ ਆਉਂਦੀ ਹੈ, ਉੱਥੇ ਤੁਸੀਂ ਗਵਰਨਮੈਂਟ ਏਜੰਸੀ ਨੂੰ ਦਿੰਦੇ ਹੋ ਜਾਂ ਜਿਹਨੂੰ ਵੀ ਦਿੰਦੇ ਹੋ, ਤੁਹਾਨੂੰ ਪਤਾ ਨਹੀਂ ਉਹ ਪੈਸਾ ਜਾ ਕਿੱਥੇ ਰਿਹਾ ਤੇ ਕਿਹੜੇ ਫੇਵਰਿਜ਼ਮ ਵਿੱਚ ਜਾ ਰਿਹਾ। ਲੈਟਸ ਸੇ ਕੋਈ ਸਮਾਜ ਇੱਕ ਜਗ੍ਹਾ ਭੇਜ ਰਿਹਾ, ਉਹ ਕਿੱਥੇ ਭੇਜ ਰਿਹਾ, ਉਹ ਆਪਣੇ ਬੰਦਿਆਂ ਲਈ ਭੇਜ ਰਿਹਾ, ਕਿੱਥੇ ਭੇਜ ਰਿਹਾ। ਜਦੋਂ ਤੁਸੀਂ ਗੁਰੂ ਘਰ ਨੂੰ ਦਿੰਦੇ ਹੋ, ਸਪੈਸ਼ਲੀ ਦਿੱਲੀ 'ਚ ਜਿਹੜੇ ਸਾਡੇ ਗੁਰੂ ਘਰ ਇਸ ਟਾਈਮ ਪੈਂਡੈਮਿਕ ਦੇ ਸੈਂਟਰ ਬਣੇ ਹੋਏ ਆ, ਤੁਹਾਨੂੰ ਪਤਾ ਹੈ ਕਿ ਨੋ ਮੈਟਰ ਵਾਟ, ਭਾਵੇਂ ਦਿਓ ਜਾਂ ਨਾ ਦਿਓ, ਉੱਥੇ ਸੇਵਾ ਹੋਣੀ ਹੈ। ਸੋ ਜਿਹੜਾ 101 ਦੀ ਗੱਲ ਕਰਦੇ ਹੋ, ਸਵਾ ਬਣਦਾ ਹੀ ਬਣਦਾ, ਬਿਕੋਜ਼ ਇੱਕ ਨੂੰ ਦੇਖ ਕੇ 10 ਬੰਦੇ ਹੋਰ ਲੱਗਦੇ ਆ। ਸੋ ਗੁਰੂ ਘਰ ਵਿੱਚ ਤੁਹਾਨੂੰ ਇਹਨਾਂ ਪਤਾ ਹੈ ਕਿ 90% ਤਾਂ ਜਾਏਗਾ ਹੀ ਜਾਏਗਾ, ਤੇ ਦੂਸਰੀ ਜਗ੍ਹਾ ਤੁਹਾਨੂੰ ਨਹੀਂ ਪਤਾ ਕਿ 90% ਕੀ 10% ਵੀ ਜਾਏਗਾ। ਸੋ ਗੁਰੂ ਘਰ ਤੇ ਜਿੱਥੇ ਗੱਲ ਆਉਂਦੀ ਹੈ, ਦੇਖੋ ਜੀ, ਸਾਰੇ ਰੱਬ ਤੋਂ ਡਰਦੇ ਆ, ਹੋਰ ਕਿਸੇ ਤੋਂ ਡਰੇ ਜਾਂ ਨਾ ਡਰੇ, ਬੰਦਾ ਰੱਬ ਤੋਂ ਜ਼ਰੂਰ ਡਰਦਾ। ਸੋ ਜਿੱਥੇ ਰੱਬ ਤੋਂ ਬੰਦਾ ਡਰਦਾ ਨਾ, ਉੱਥੇ ਜਦੋਂ ਪੈਂਡੈਮਿਕ ਦੀ ਗੱਲ ਆਉਂਦੀ ਹੈ ਨਾ, ਕੋਈ ਜੇਬ ਵਿੱਚ ਨਹੀਂ ਪਾਉਂਦਾ, ਜਿਹੜੇ ਵੀ ਸੰਸਥਾ ਹੈ। ਇੱਥੇ ਇੱਕ ਗੱਲ ਅੱਜ ਬੜੀ ਕਲੀਅਰ ਹੈਗੀ ਹੈ ਕਿ ਅੱਜ ਜੇ ਅਮਰੀਕਨ ਕਮਿਊਨਿਟੀ, ਅਮਰੀਕਨ ਪੋਲੀਟੀਸ਼ੀਅਨਸ, ਇੱਥੋਂ ਦੇ ਇਲੈਕਟਡ ਅਫੀਸ਼ੀਅਲ ਜੇ ਸਾਡੇ ਨਾਲ ਆ ਕੇ ਖੜੇ ਨੇ, ਤਾਂ ਉਹਦੇ ਪਿੱਛੇ ਇੱਕ ਕਾਰਨ ਹੈ, ਕਿਉਂਕਿ ਇੱਕ ਰਾਤੋਂ ਰਾਤ ਸਭ ਕੁਝ ਚੇਂਜ ਨਹੀਂ ਹੋਇਆ। ਇਹਨਾਂ ਨੇ ਦੇਖਿਆ ਕਿ ਪਿਛਲੇ 1.25 ਸਾਲ ਤੋਂ ਕਿਸ ਤਰੀਕੇ ਨਾਲ ਇਸ ਭਾਈਚਾਰੇ ਨੇ, ਪੰਜਾਬੀ ਕਮਿਊਨਿਟੀ ਨੇ, ਸਿੱਖ ਕਮਿਊਨਿਟੀ ਨੇ ਕਿਸ ਤਰੀਕੇ ਨਾਲ ਕੋਵਿਡ-19 ਦੇ ਨਾਲ ਲੜਨ ਦੇ ਵਿੱਚ ਮਦਦ ਕੀਤੀ ਹੈ।
ਇਸ ਕਮਿਊਨਿਟੀ ਨੇ ਜਿੱਥੇ ਲੰਗਰ ਲਾਏ ਨੇ ਉੱਥੇ ਆਪਣੇ ਵੱਲੋਂ ਹਰੇਕ ਤਰੀਕੇ ਦਾ ਉਪਰਾਲਾ ਕੀਤਾ ਹੈ ਤਾਂ ਜੋ ਇੱਥੋਂ ਦੇ ਸਿਸਟਮ ਨੂੰ ਜਿਹੜਾ ਹੈ ਉਹ ਲੜਖੜਾਉਣ ਨਾ ਦਿੱਤਾ ਜਾਵੇ। ਮਦਦ ਕੀਤੀ ਹੈ ਹਰ ਮੌਕੇ ਦੇ ਉੱਤੇ। ਅੱਜ ਉਸੇ ਹੀ ਮਦਦ ਦੇ ਕਰਕੇ ਅੱਜ ਇਹ ਇੱਥੋਂ ਦੇ ਅਫੀਸ਼ੀਅਲ ਜਿਹੜੇ ਨੇ ਉਹ ਇਕੱਠੇ ਹੋਏ ਨੇ ਤੇ ਅੱਜ ਭਾਰਤ ਦੀ ਮਦਦ ਵਾਸਤੇ ਜੋ ਵੀ ਹੀਲਾ ਹੋ ਰਿਹਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਹੀਲਾ ਹੈ ਇਹ ਆਪਣੇ ਆਪ 'ਚ ਚੰਗਾ ਹੋਵੇ ਅਤੇ ਭਾਰਤ ਦੇ ਵਿੱਚ ਇਸ ਵੇਲੇ ਜਿਹੜਾ ਮੌਤ ਆਪਣਾ ਇੱਕ ਕਹਿਰ ਵਰਸਾ ਰਹੀ ਹੈ ਕੋਵਿਡ-19 ਦੇ ਕਰਕੇ ਜੋ ਨੁਕਸਾਨ ਹੋ ਰਿਹਾ ਉਹ ਹੋਰ ਨਾ ਹੋਵੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਣ। ਤੇ ਅੱਜ ਅਮਰੀਕਾ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਮਦਦ ਹੈ ਉਹ ਇੰਡੀਆ ਜਾ ਰਹੀ ਹੈ ਤੇ ਉਹ ਉਮੀਦ ਜਿਹੜੀ ਨਾਲ ਜਾ ਰਹੀ ਹੈ ਕਿ ਇਹ ਲੋਕ ਜਿਹੜੇ ਨੇ ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਜਾਣ ਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਜੀਉਣ ਦੀ ਕੋਸ਼ਿਸ਼ ਕਰਨ ਤੇ ਮੁਲਕ ਜਿਹੜਾ ਦੁਬਾਰਾ ਆਪਣੀਆਂ ਲੀਹਾਂ ਦੇ ਉੱਤੇ ਜਾਵੇ। ਮੈਂ ਮੁਨੀਸ਼ ਵੇਲਾ ਖਾਸ ਤੌਰ ਤੋਂ ਨਿਊਯਾਰਕ ਤੋਂ।